हेलो व्यूअर्स वेलकम टू माय नेक्स्ट वीडियो। आज दी वीडियो शॉर्ट नोट्स फॉर BA1 ਸਮੈਸਟਰ 2 ਲਿਟਰੇਚਰ ਸਟੂਡੈਂਟਸ ਦੇ ਲਈ। ਸਮੈਸਟਰ ਸੈਕਿੰਡ ਡੇ ਸ਼ॉर्ट ਨੋट्स ਸਿਹਤ ਠੀਕ ਨਾ ਹੋਣ ਕਰਕੇ ਮੈਂ ਖੁਦ ਨੋਟਸ ਨਹੀਂ ਬਣਾ ਪਾਈ, ਇਸ ਲਈ ਡਾਇਰੈਕਟਲੀ ਬੁੱਕ ਤੋਂ ਹੀ ਅਪਲੋਡ ਕਰ ਰਹੀ ਹਾਂ। ਬੁੱਕ ਤੇ ਵੀ ਬਹੁਤ ਅੱਛੀ ਲੈਂਗੁਏਜ ਤੇ ਸਿੰਪਲ ਦਿੱਤੀ ਹੋਈ ਹੈ ਲੈਂਗੁਏਜ। ਆਲਰੇਡੀ ਅਸੀਂ ਇਸ ਦਾ ਲੌਂਗ ਆਨਸਰ ਕਰ ਚੁੱਕੇ ਹਾਂ। ਉਸ ਲੌਂਗ ਆਨਸਰ ਦੇ ਵਿੱਚ ਜੋ ਮੈਂ ਟਰਮਸ ਐਡ ਕੀਤੀਆਂ ਸੇਮ ਹੀ ਤੁਹਾਨੂੰ ਸ਼ਾਰਟ ਨੋਟਸ ਦੇ ਵਿੱਚ ਮਿਲਣਗੀਆਂ। ਬਹੁਤ ਈਜ਼ੀ ਹੈ, ਇਸ ਲਈ 22 ਨੰਬਰ ਦੇ ਸ਼ਾਰਟ ਨੋਟਸ ਆਉਣੇ ਆ, ਤਿਆਰ ਕਰ ਲਓ। ਲਿਟਰੇਰੀ ਟਰਮਸ ਦੇ ਸ਼ਾਰਟ ਨੋਟਸ ਵੀ ਤੇ ਨਾਲ ਹੀ ਸਾਰੀਆਂ ਪੋਇਮਸ ਦੇ ਸ਼ਾਰਟ ਨੋਟਸ ਵੀ। what natural elements are described in the poem? ਤੁਹਾਡੀ ਪਹਿਲੀ poem ਹੈ wind water stone। the natural elements described in the poem ਕਿਹੜੇ ਕੁਦਰਤੀ ਜਿਹੜੇ ਹੈਗੇ ਤੱਤ ਹੈ ਉਹ ਦੱਸੇ ਗਏ ਹੈ। ਕਿਹੜੇ ਹੈ? water, wind ਤੇ stone। ਤਾਂ ਇਹ ਕੀ ਕਰਦੇ ਹੈ? these elements interact with each other, ਇੱਕ ਦੂਜੇ ਨਾਲ ਰਾਬਤਾ ਰੱਖਦੇ ਹੈ। creating a continuous cycle of change, ਤੇ ਕਿਸ ਤਰ੍ਹਾਂ ਦਾ continuous cycle of change ਹੈ। and transformation over time, ਤੇ ਸਮੇਂ ਨਾਲ ਕਿਵੇਂ ਇੱਕ ਐਲੀਮੈਂਟ ਬਦਲਦਾ ਹੈ ਦੂਸਰੇ ਐਲੀਮੈਂਟ ਦੇ ਕਰਕੇ। ਦੂਸਰਾ, ਹਾਊ ਡਜ਼ ਵਾਟਰ ਇੰਟਰੈਕਟ ਵਿਦ ਸਟੋਨ, ਪਾਣੀ ਕਿਵੇਂ ਸਟੋਨ ਨਾਲ ਜਿਹੜਾ ਹੈਗਾ ਇੰਟਰੈਕਟ ਕਰਦਾ ਹੈ। ਵਾਟਰ ਗ੍ਰੈਜੂਅਲੀ ਮਤਲਬ ਹੌਲੀ ਹੌਲੀ ਹੋਲੋਜ਼ ਮਤਲਬ ਖੋਖਲਾ ਕਰ ਦਿੰਦਾ ਹੈ ਜਾਂ ਖੋਰ ਦਿੰਦਾ ਹੈ। ਆਊਟ ਡਜ਼ ਸਟੋਨ symbolizing the way continuous forces such as time or persistence, ਤੁਸੀਂ time ਲਿਖ ਲਓ ਕੱਲਾ, can wear down even the solid unyielding materials in nature। ਕੀ ਕਹਿਣਾ ਚਾਹੁੰਦਾ ਹੈ ਕਿ ਕੀ ਸਿੰਬੋਲਾਈਜ਼ ਕਰ ਰਿਹਾ ਹੈ ਕਿ ਕਿਵੇਂ ਜਿਹੜੀ ਹੈ ਕੰਟੀਨਿਊਸ ਫੋਰਸ, ਲਗਾਤਾਰ ਫੋਰਸ ਲਾਈ ਜਾਵੇ ਸਮੇਂ ਦੇ ਨਾਲ, ਫਿਰ ਉਹ ਕਿਵੇਂ ਵੀਅਰ ਡਾਊਨ, ਕਿਵੇਂ ਜਿਹੜੀ ਹੈਗੀ ਹੈ ਖੋਰ ਦਿੰਦੀ ਹੈ ਸੋਲਿਡ ਚੀਜ਼ਾਂ ਨੂੰ ਵੀ। ਠੀਕ ਹੈ, ਕੁਦਰਤ ਦੀਆਂ ਸੋਲਿਡ ਚੀਜ਼ਾਂ ਨੂੰ ਵੀ। then what effect does wind have on water? ਹੁਣ wind ਦਾ ਕੀ ਪ੍ਰਭਾਵ ਹੈ ਪਾਣੀ ਦੇ ਉੱਪਰ। in the first stanza the wind scatters the water, ਜਿਹੜੀ wind ਹੈ ਉਹ ਵਾਟਰ ਨੂੰ ਕੀ ਕਰਦੀ ਹੈ? ਸਕੈਟਰ ਕਰ ਦਿੰਦੀ ਹੈ। ਠੀਕ ਹੈ, symbolizing its power to disperse or disturb calm surfaces। ਤਾਂ ਇਹ ਕੀ ਸਿੰਬੋਲਾਈਜ਼ ਕਰ ਰਹੇ ਹੈ, ਕਿਸ ਚੀਜ਼ ਦਾ ਸਿੰਬੋਲਿਜ਼ਮ ਹੈ ਕਿ ਜਿਹੜੀ ਜੋ ਵਿੰਡ ਦੇ ਅੰਡਰ ਪਾਵਰ ਹੈ ਡਿਸਪਰਸ ਕਰਨਾ, ਮਤਲਬ ਬਹੁਤ ਹਿਲਾ ਕੇ ਰੱਖ ਦੇਣਾ ਕਾਮ ਸਰਫੇਸ ਨੂੰ। ਪਾਣੀ ਜੇ ਖੜਾ ਤਾਂ ਖੜਾ ਹੈ, ਪਰ ਜੇ ਹਵਾ ਚੱਲਣ ਲੱਗੀ ਤਾਂ ਪਾਣੀ ਨੇ ਜਿਹੜਾ ਹੈਗਾ ਬਹੁਤ ਜ਼ਿਆਦਾ ਵੇਵਸ ਆ ਜਾਂਦੀਆਂ। ਐਂਡ ਟੂ ਬ੍ਰਿੰਗ ਚੇਂਜ ਟੂ ਸਟਿਲ ਔਰ ਸਟੱਡੀ ਐਲੀਮੈਂਟਸ, ਤੇ ਖੜੇ ਹੋਏ ਐਲੀਮੈਂਟਸ ਦੇ ਵਿੱਚ ਬਦਲਾਵ ਆਉਂਦਾ ਹੈ। ਇਨ ਵਟ ਵੇਜ਼ ਡਜ਼ ਵਿੰਡ ਅਫੈਕਟ ਸਟੋਨ ਇਨ ਦ ਸੈਕਿੰਡ ਸਟੈਂਜ਼ਾ? ਦ ਵਿੰਡ ਕਾਵਜ਼ ਸਟੋਨ, ਜਿਹੜੀ ਵਿੰਡ ਹੈ ਉਹ ਸਟੋਨ ਨੂੰ ਕੀ ਕਰਦੀ ਹੈ? ਕਾਵ ਮਤਲਬ ਉਹਦੀ ਸ਼ੇਪ ਬਣਾ ਦਿੰਦੀ ਹੈ। ਸਿੰਬੋਲਾਈਜ਼ਿੰਗ ਹਾਊ ਈਵਨ ਦ ਸਟਰੋਂਗੈਸਟ ਐਲੀਮੈਂਟ ਲਾਈਕ ਸਟੋਨਸ ਆਰ ਸਬਜੈਕਟ ਟੂ ਗ੍ਰੈਜੂਅਲ ਇਰੋਜ਼ਨ ਮਤਲਬ ਹੌਲੀ ਹੌਲੀ ਖੁਰਨਾ, ਤੇ ਕਿਵੇਂ ਜਿਹੜੇ ਹੈਗੇ ਸਟਰੋਂਗ ਐਲੀਮੈਂਟ ਵੀ ਹੈ ਉਹ ਹੌਲੀ ਹੌਲੀ ਖੁਰਦੇ ਹੈ। ਕਿਵੇਂ ਖੁਰਦੇ ਹੈ? ਥਰੂ ਐਕਸਟਰਨਲ ਪਾਵਰਫੁਲ ਫੋਰਸਿਸ ਲਾਈਕ ਵਿੰਡ ਓਵਰ ਟਾਈਮ, ਜਿਹੜੇ ਪਾਵਰਫੁਲ ਸੋਰਸਿਸ ਦੇ ਥਰੂ ਉਹ ਖੁਰਦੇ ਹੈ। ਨੈਕਸਟ ਹੈ ਬੱਚੇ, what does stone do in response to wind? ਜੋ ਸਟੋਨ ਹੈ ਉਹ ਕੀ ਕਰਦਾ ਹੈ? ਦ ਸਟੋਨ ਸਟੋਪਸ ਅ ਵਿੰਡ, ਜੋ ਸਟੋਨ ਹੈ ਉਹ ਵਿੰਡ ਨੂੰ ਰੋਕਦਾ ਹੈ। representing how despite being subjected to external forces the stone maintain its stillness। ਜਿਹੜਾ ਸਟੋਨ ਹੈ ਉਹ ਕੀ ਆਪਣੀ ਸਟਿਲਨੈਸ ਜੋ ਬਣਾ ਕੇ ਰੱਖਦਾ ਹੈ, ਤੇ ਕੰਟਰੋਲ ਓਵਰ ਦਾ ਵਿੰਡਸ ਇੰਪੈਕਟ, ਤੇ ਜਿਹੜੀ ਵਿੰਡ ਦੇ ਇੰਪੈਕਟ ਨੂੰ ਘਟਾਉਂਦਾ ਤੇ ਉਹਦੀ ਰੈਜ਼ਿਸਟੈਂਸ ਨੂੰ ਰੋਕਦਾ। ਰੈਜ਼ਿਸਟ ਹੁੰਦਾ ਕਿਸੇ ਦੇ ਜਿਹੜੇ ਉਲਟ ਚੱਲਣਾ। ਨੈਕਸਟ, what is the relationship between the elements in the poem? ਕੀ ਰਿਲੇਸ਼ਨਸ਼ਿਪ ਹੈ ਵੱਖਰੇ ਵੱਖਰੇ ਐਲੀਮੈਂਟਸ ਦਾ? ਦ ਐਲੀਮੈਂਟਸ ਕਿਹੜੇ ਹੈ? ਵਾਟਰ, ਵਿੰਡ, ਸਟੋਨ, ਉਹ ਕੀ ਹੈ? ਇੰਟਰਕਨੈਕਟਡ ਹੈ, ਕੌਨਸਟੈਂਟਲੀ ਇੰਟਰੈਕਟਿੰਗ ਹੈ। ਇੰਟਰਕਨੈਕਟ ਮਤਲਬ ਇੱਕ ਦੂਜੇ ਨਾਲ ਸੰਬੰਧਿਤ ਹੈ, ਤੇ ਕੌਨਸਟੈਂਟਲੀ ਉਹਦਾ ਲਗਾਤਾਰ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਇੱਕ ਜਾਂ ਦੂਸਰੇ ਕਾਰਨ ਕਰਕੇ। ਕਿਵੇਂ? ਇਨਫਲੂਐਂਸਿੰਗ ਵਨ ਅਨਦਰ, ਇਨਫਲੂਐਂਸ ਮਤਲਬ ਇੱਕ ਦੂਜੇ ਦੇ ਪ੍ਰਭਾਵ ਪਾਉਂਦੇ ਹੈ। ਸਿੰਬੋਲਾਈਜ਼ਿੰਗ ਦਾ ਕੰਪਲੈਕਸ ਸਾਈਕਲੀਕਲ ਨੇਚਰ, ਕਿ ਜਿਹੜਾ ਕੁਦਰਤ ਹੈ ਉਹ ਕੀ ਹੈ? ਸਾਈਕਲੀਕਲ ਹੈ, ਮਤਲਬ ਇੱਕ ਚੀਜ਼ ਦੂਸਰੇ 'ਤੇ ਪ੍ਰਭਾਵ ਪਾਉਂਦੀ ਹੈ। ਤੇ ਐਂਡ ਹਾਊ ਫੋਰਸਿਸ ਸ਼ੇਪ ਲਾਈਫ, ਕਿਵੇਂ ਇਹ ਜਿਹੜੀਆਂ ਫੋਰਸਿਸ ਹੈ ਲਾਈਫ ਨੂੰ ਬਣਾਉਂਦੀ ਹੈ। what does the poet suggest about the nature of these elements in the fourth stanza? ਹੁਣ fourth stanza ਦੇ ਵਿੱਚ ਉਹ ਕੀ ਦੱਸ ਰਹੇ ਹੈ? in the fourth stanza poet suggests that although each element, ਚਾਹੇ ਹਰ ਐਲੀਮੈਂਟ ਹੈ ਜਿਹੜਾ ਵਾਟਰ, ਵਿੰਡ, ਸਟੋਨ,
ਉਹਨਾਂ ਦੇ ਡਿਸਟਿੰਕਟ ਕਰੈਕਟਰਿਸਟਿਕਸ ਮੀਨਸ ਫੀਚਰ, ਉਹਨਾਂ ਦੇ ਵੱਖਰੇ ਵੱਖਰੇ ਫੀਚਰਸ ਹੈ। ਫੀਚਰਸ ਮਤਲਬ ਕਰੈਕਟਰਿਸਟਿਕਸ ਮਤਲਬ ਫੀਚਰਸ। ਦੇ ਫਿਰ ਦੇ ਆਰ ਇੰਟਰਕਨੈਕਟਡ एंड ट्रांजेंट, पर फिर भी वो इंटरकनैक्टेड है, बस इन्ना ही लिख दो। बट ईवन दो दे आर इंटरकनैक्टेड टू ईच अदर एंड दे अफेक्ट ईच अदर, ठीक है। तो एक दूजे को प्रभावित करते हैं। देखो सारे के आंसर सेम है, क्वेश्चन वक्रे वक्रे है। आंसर की है इंटरकनैक्टेडनैस ऑफ नैचुरल एलीमेंट्स। नैचुरल एलीमेंट किहड़े है? विंड वाटर स्टोन। दे अफेक्ट ईच अदर, दे आर डिपेंडेंट ईच अदर एंड देयर इज साइक्लिकल नेचर ऑफ नेचर। कुदरत का साइक्लिकल नेचर है। नैक्सट, what metaphorical meaning could be derived from the interaction of water and stone। ਹੁਣ ਮੈਟਾਫਰ ਕੀ ਹੈ? ਅਸੀਂ ਪੜ੍ਹ ਕੇ ਆਏ ਹਾਂ ਟਰਮ। ਮੈਟਾਫਰ ਕੀ ਹੈ? ਕੰਪੈਰੀਜ਼ਨ ਹੈ, ਜਿਹਦੇ ਵਿੱਚ ਐਸ ਦੇ ਲਾਈਕ ਨਹੀਂ ਲੱਗਦਾ। ਇਹ ਕੁਐਸਚਨ, ਇਹੋ ਜਿਹੇ ਕੁਐਸਚਨ ਬੇਟਾ ਇੰਪੋਰਟੈਂਟ ਹੈ, ਆ ਸਕਦੇ ਪੇਪਰ ਦੇ ਵਿੱਚ। ਮੈਟਾਫੋਰਿਕਲੀ, ਮੈਟਾਫਰ ਤੋਂ ਬਣਿਆ ਮੈਟਾਫੋਰਿਕਲੀ, ਦ ਇੰਟਰੈਕਸ਼ਨ ਆਫ ਦੀਜ਼ ਐਲੀਮੈਂਟ ਕੁਡ ਰਿਪਰਜੈਂਟ ਲਾਈਫ ਸਾਈਕਲਿਕਲ ਨੇਚਰ। ਇਹ ਕੀ ਦੱਸ ਰਿਹਾ ਕਿ ਲਾਈਫ ਹੈ ਜਿਹੜੀ ਉਹਦਾ ਸਾਈਕलिकल नेचर है, ठीक है। इलस्ट्रेटिंग एग्जाम्पल की दे रहा है, वॉट इज़ द एग्जाम्पल? तुम लिख सकते हो फॉर एग्जाम्पल वैदर टाइम चेंज और स्ट्रगल शेप द एंड ट्रांसफॉर्म वन अनदर थ्रू कॉन्टीन्यूस इंटरैक्शन ओवर टाइम। कि जो समय बदलाव है तो स्ट्रगल है वो शेप करती है एक दूजे नूं, चाहे विंड वाटर नूं अफेक्ट कर रहा, वाटर विंड नूं, स्टोन विंड या विंड स्टोन नूं, वो एक दूजे नूं जिहड़ी है अफेक्ट करती है। हाउ इज़ मूवमेंट डिपिक्टेड फॉर ईच एलीमेंट इन द थर्ड स्टैंजा। मूवमेंट किवें डिपिक्ट की गई है? असी देखो वर्डिंग याद की हुई है, तुसी ऑलरेडी चंगी तरह याद है थानू। द मूवमेंट ऑफ द एलीमेंट इज़ डिपिक्टेड किवें डिपिक्ट की गई है? द विंड वर्लिंग वाटर। हुण विंड की करती है? वर्ल करती है। वाटर की करता है? मर्मिंग करता है एंड गोइंग बाय। तो स्टोन की करता है? रिमेन अनमूव्ड। ये लाइन्स दी है बेटा पोएम दे विचों, ठीक है। दिस कंट्रास्ट शोज़ अ डायनेमिक चेंज। एक ही है शो कर रहा है कि डायनेमिक चेंज है, मतलब बदलता रहता है। वर्सिस द स्टिलनेस ऑफ सॉलिड इंडोरिंग मैटर। हुण वाटर मूविंग है, स्टोन स्टिल है। इन्हां दे विच दोनों की चेंज है कि एक चीज़ मूविंग है, एक चीज़ स्टिल है। नेक्स्ट, what is the significance of the repeated sequence wind water stone? The repeated sequence emphasizes the continuous cycle of interaction। emphasis मतलब किस चीज़ से जोर दिंदा है, किस चीज़ से स्ट्रेस दिंदा है कि continuous cycle है between the transformation cycle है एलिमेंट्स दे विच, natural एलिमेंट्स दे विच। it reinforces the idea of natural order in which these elements constant flow है, change है तो renew है, लगातार बदलते रहते हैं, चेंज आता रहता है तो रिन्यू होंदे रहते हैं। नैक्सट है बच्चे, वॉट रोल डज स्टिलनेस प्ले इन द पोइम। स्टिलनेस का की रोल है? हुण स्टिल की सीगा बच्चे दसो? स्टिल कौन सी? विंड, वाटर के स्टोन? डेफिनेटली स्टोन। स्टिलनेस रिप्रजेंट्स द अनचेंजिंग। स्टिलनेस का मतलब है जो बदलन ना वाला। enduring nature of stone which contrast with the constant movement of wind water stone। constant movement है, विंड ते वाटर कॉन्सटेंटली मूव कर रहा है, पर जो स्टोन है वो स्टिल है। द स्टोन्स स्टिलनेस सिंबलाइज कर रही है स्टेबिलिटी, स्टेबल है, रेजिस्टेंस है अगेंस्ट द टेम्पोरल चेंज। टेम्पोरल मीनस फॉर द टाइम बीइंग चेंज, टाइम के हिसाब नाल चेंज हो जाना। तो स्टोन स्टिल है, स्टोन की है? स्टिल है। तो विंड ते वाटर की है? की रिप्रजेंट कर रहे हैं? चेंज, ठीक है। तो स्टोन अगेंस्ट है स्टिलनेस चेंज दे। नेक्स्ट वेरी इंपॉर्टेंट क्वेश्चन, वेरी इंपॉर्टेंट क्वेश्चन, दैट इज़ हाउ डज पोएट यूज साउंड इमेजरी। बहुत वधिया तरीके नाल असीं टर्म की हुई है, उहदे विच भी मैं सेम ही एग्जाम्पल दी हुई है। द पोएट यूजेज साउंड इमेजरी टू कन्वे लाइफ एंड एनर्जी, ठीक है। साउंड लाइफ है तो एनर्जी है। डिस्क्राइब करिए विंड एज सिंगिंग एंड वाटर इज मर्मरिंग। विंड की कार्य है? गीत कार्य है। पानी की आवाज़ कर रहा है? मर्मरिंग। कंट्रास्टिंग दी साउंड्स विद द स्टिल साइलेंट स्टोन। देखो बच्चे, ये भी सेम वर्डिंग, ये भी सेम वर्डिंग, ये भी सेम वर्डिंग, पर गल नूं अपने किस तरीके नाल रखना है, जिस तरीके नाल ये सवाल पूछा गया, ठीक है। देखो सिर्फ छोटी जी पोएम है, सेम ही गल है, हर क्वेश्चन दे विच तरीके नाल जवाब देना है।
नेक्स्ट, what do the empty names in the last stanza? Empty names तो की मतलब है? The empty names suggest that labels like wind, water, stone are inadequate to fully express the constantly shifting transformative nature. कि मतलब जो nature ਦਾ ਕੀ है, constantly shifting ਤੇ transformative nature है, highlighting their fluidity ਬਿਯੋਂਡ ਕੈਟਾਗਰਾਈਜੇਸ਼ਨ, ਕਿ ਜਿਹੜੀ ਉਹਨਾਂ ਦੀ ਜਿਹੜੀ ਫਲੂਇਡਿਟੀ ਬਹੁਤ ਜ਼ਿਆਦਾ ਹੈ, ਫਲੂਇਡ ਹੈ, ਅਤੇ ਅਸੀਂ ਉਹਨੂੰ ਕੈਟਾਗਰਾਈਜ਼ ਨਹੀਂ ਕਰ ਸਕਦੇ। ਲਾਸਟ ਕੁਐਸਚਨਸ, ਹਾਊ ਡਜ਼ ਦਾ ਪੋਇਮ ਪੋਰਟਰੇ ਦਾ ਪੈਸੇਜ ਆਫ ਟਾਈਮ? ਹੁਣ ਪੈਸੇਜ ਆਫ ਟਾਈਮ ਨਾਲ ਥਰੂ ਇੰਟਰੈਕਸ਼ਨ ਆਫ ਦ ਐਲੀਮੈਂਟਸ, ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਗ੍ਰੈਜੂਅਲ ਫੋਰਸ ਮਤਲਬ ਹੌਲੀ ਹੌਲੀ ਫੋਰਸ ਲੱਗਦੀ ਹੈ, ਜੋ ਹਾਊ ਵਿੰਡ ਐਂਡ ਵਾਟਰ ਸ਼ੇਪ ਐਂਡ ਇਰੋਡ ਸਟੋਨ, ਇਰੋਡ ਹੁੰਦਾ ਖੋਰਨਾ, ਕਿਵੇਂ ਜਿਹੜੀ ਵਿੰਡ ਅਤੇ ਵਾਟਰ, ਹਵਾ ਅਤੇ ਪਾਣੀ ਕਿਵੇਂ ਉਸ ਪੱਥਰ ਨੂੰ ਖੋਰ ਦਿੰਦੇ ਆ ਓਵਰ ਐਨ ਐਕਸਟੈਂਡਡ ਪੀਰੀਅਡ, ਐਕਸਟੈਂਡ ਮਤਲਬ ਸਮੇਂ ਦੇ ਬੀਤਣ ਨਾਲ। ਵਿਦ ਦਾ ਪੈਸੇਜ ਆਫ ਟਾਈਮ ਵੀ ਲਿਖ ਸਕਦੇ ਹੋ, ਵਿਦ ਦਾ ਟਾਈਮ ਵੀ ਹੋ ਸਕਦਾ ਹੈ। ਇਟ ਸਿੰਬਲਾਈਜ਼ਿਜ਼ ਦ ਇਨਐਵਿਟੇਬਲ ਪੈਸੇਜ ਆਫ ਟਾਈਮ ਦੈਟ ਆਲਟਰਸ ਆਲ ਦਾ ਥਿੰਗ, ਕਿ ਸਮਾਂ ਜਿਹੜਾ ਹੈਗਾ ਬਹੁਤ ਬਲਵਾਨ ਹੈ, ਉਹ ਹੌਲੀ ਹੌਲੀ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਨੂੰ ਬਦਲ ਦਿੰਦਾ। ਵੋਟ ਇਜ਼ ਦ ਓਵਰਆਲ ਮੂਡ? ਹੁਣ ਟੋਨ ਕੀ ਹੈ ਇਸ ਪੋਇਮ ਦੀ? ਟੋਨ ਕੀ ਹੈ? ਦ ਟੋਨ ਇਜ਼ ਰਿਫਲੈਕਟਿਵ, ਮੈਡੀਟੇਟਿਵ, ਕੰਟੈਂਪਲੇਟਿਵ। ਠੀਕ ਹੈ, ਬਹੁਤ ਜਿਹੜੇ ਵਿਸ਼ੇ 'ਤੇ ਗੰਭੀਰ ਵਿਚਾਰ ਹੈ ਇਹ, ਕਿ ਜਿਹੜੀ ਜ਼ਿੰਦਗੀ ਕੀ ਹੈ ਉਹ ਸਾਈਕਲਿਕ ਨੇਚਰ ਦੇ ਵਿੱਚ ਹੈ, ਨੈਚੁਰਲ ਐਲੀਮੈਂਟਸ ਵੀ ਉਵੇਂ ਹੀ ਵਰਕ ਕਰਦੇ ਹੈ, ਉਹ ਤੋਂ ਬਾਅਦ ਇੱਕ ਦੂਜੇ ਨਾਲ ਇੰਟਰੈਕਸ਼ਨ ਨਾਲ ਹੀ ਚੱਲਦਾ ਹੈ। ਜੇ ਅਸੀਂ ਇੰਟਰੈਕਟ ਕਰਾਂਗੇ ਤਾਂ ਹਿਊਮਨ ਬੀਇੰਗਸ ਵੀ ਜੇ ਇੰਟਰੈਕਟ ਪ੍ਰੋਪਰ ਕਰਨਗੇ ਤਾਂ ਹੀ ਲਾਈਫ ਚੱਲਦੀ ਹੈ। ਹਾਂਜੀ, फिर रिफ्लैक्टिव, मैडिटेटिव, कॉन्टेम्पलेटिव, दैन फोकसिंग ऑन द इंटरप्ले ऑफ नैचुरल सोर्सिज। नैचुरल सोर्सिज एक इंटरप्ले कर दी हैं। इट एक्सप्लोर्स टाइमलैस साइकल्स एंड फिलोसफिकल क्वेश्चन। साइकिल जो है टाइमलैस है, फिलोसफिकल क्वेश्चन रिगार्डिंग आइडेंटिटी, ट्रांसफॉर्मेशन ते बैलेंस। ठीक है, और आपकी पहचान बना के रखना, ट्रांसफॉर्म किमें करना है, बैलेंस किमें बना के रखना है। हाउ डज द स्ट्रक्चर ऑफ द पोएम रीइनफोर्स द थीम? भी किमें जो पोएम की स्ट्रक्चर रीइनफोर्स करती है, बार बार जी स्टैंजा दे विच रेपिटेशन है। ठीक है, वो इंटरैक्शन दसदे है थीम जो है, थीम ऑफ कॉन्टीन्यूस चेंज इंटरकनैक्टेडनैस दसदे है। फिर अगे वेरी वेरी इंपॉर्टेंट क्वेश्चन, लास्ट लाइन जी हर पोएम दी बहुत इंपॉर्टेंट होंगी बेटे। वॉट डज द पोएट एम्फसाइज दैट ईच इज़ अनदर एंड नो अदर इन द फाइनल स्टैंजा? दिस फ्रेज एम्फसाइज द पैराडॉक्स दैट द एलीमेंट्स। पैराडॉक्स होंदा है भी असीं इक्को ही लाइन दे विच पहला कुछ होर कह दईए, उस दे अखीर ते उस तो उल्ट बिल्कुल ओपोजिट कह दईए, उन्हूं कहंदे पैराडॉक्स। मतलब असीं इक्को ही गल स्टैंजे दे विच इक्को ही लाइन दे विच कुछ वखरा जिहा कह दईए। वाइल डिस्टिंक्ट्स आर ऑल्सो इनसैपरेबल फ्रॉम वन अनदर। जे कोई दूसरे तो वखरा भी है तां भी वो सैपरेट नहीं हो सकते, इनसैपरेबल है। चाहे विंड ते वाटर का सुभाव वखरा है पर वो एक दूसरे तो वख नहीं हो सकते। चाहे विंड ते स्टोन का सुभाव वखरा है, वो एक दूसरे कनैक्टड है, इंटरकनैक्टड है, एक दूसरे वख नहीं हो सकते। ईच इज़ अनदर, हरेक कोई वखरा है बट नो अदर, पर होर वखरा नहीं है, वो इक्को जिहा ही है। एक ही है, एक पैराडॉक्स है। लॉन्ग आंसर भी बन के आ सकता है, फिर तुसीं उहदे विच थीम ही लिखना है बेटे। एंड कॉन्टीन्यूसली ट्रांसफॉर्मिंग इनटू द अदर, हाईलाइटिंग यूनिटी इन डाइवर्सिटी। यूनिटी इन मतलब भिन्नता च ही एकता है। एंड अ फ्लूइड इंटरकनैक्टडनैस ऑफ नेचर, कि नेचर की है एक दूजे ते इंटरकनैक्टड है। उम्मीद करती हूँ शॉर्ट नोट समझ आए। बहुत मेहनत होती है बच्चे वीडियो बनाते, जे समझ आए तो प्लीज़ टेल मी इन द कमेंट बॉक्स। अपनी तैयारी कर लो, पेपर दे विच छुट्टी नहीं होएगी। इक्को ही छुट्टी है, जी तुसीं डेटशीट देखो तो पहला ही इंग्लिश लिटरेचर की तैयारी करके रखो। बड़े आराम नाल इंग्लिश लिटरेचर 65-68 मार्क्स आ सकते हैं 70 चो। थैंक यू, गॉड ब्लेस यू। इफ यू नॉट सब्सक्राइब द चैनल प्लीज़ सब्सक्राइब फॉर फर्दर वीडियोज़।